ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਰਣਜੀਤ ਸਿੰਘ ਰਾਣਾ ਪ੍ਰੋਗਰਾਮ ਅੱਖਰਾਂ ਦਾ ਸਰਨਾਮਾ ਲੈ ਕੇ ਆਪ ਸਭ ਦੇ ਸਨਮੁਖ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪ ਹੁਣ ਤੱਕ ਜਾਣ ਚੁੱਕੇ ਹੋਵੋਗੇ ਕਿ ਆਪਾਂ ਸਿੱਖ ਫਲਸਫੇ ਦੀ ਗੱਲ ਕਰਦੇ ਹਾਂ, ਸਿੱਖ ਸਾਹਿਤ ਦੀ ਗੱਲ ਕਰਦੇ ਹਾਂ, ਸਿੱਖ ਸਾਹਿਤਕਾਰਾਂ ਦੀ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦੀ ਵੀ ਗੱਲ ਕਰਾਂਗੇ, ਪੰਜਾਬੀ ਸਾਹਿਤਕਾਰਾਂ ਦੀ ਵੀ ਗੱਲ ਕਰਾਂਗੇ, ਪਰ ਕਰਾਂਗੇ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ, ਸਿੱਖ ਫਲਸਫੇ ਦੀ ਨਜ਼ਰ ਤੋਂ। ਆਪਾਂ ਕੁਝ ਅਗਲੇ ਐਪੀਸੋਡਾਂ ਦੇ ਵਿੱਚ ਅੱਖਰਾਂ ਦੀ ਬਣਤਰ ਤੇ ਬਣਤਰ ਬਾਰੇ ਵੀ ਗੱਲ ਕਰਾਂਗੇ, ਕੁਝ ਹੋਰ ਨਵੇਂ ਵਿਸ਼ੇਸ਼ ਹੋਵਾਂਗੇ। ਪਿਛਲੇ ਤਕਰੀਬਨ 6 ਐਪੀਸੋਡ ਆਪਾਂ ਡਾਕਟਰ ਦਲਜੀਤ ਸਿੰਘ ਵਿਰਕ ਜੀ ਨਾਲ ਕਰ ਰਹੇ ਹਾਂ। ਵੱਡੇ ਵਿਦਵਾਨ ਨੇ, ਦੁਨਿਆਵੀ ਵਿੱਦਿਆ ਦੇ ਵੀ ਤੇ ਨਾਲ ਨਾਲ ਉਹਨਾਂ ਦੀ ਆਪਣੀ ਅਧਿਆਤਮਕ ਸਟੱਡੀ ਵੀ ਹੈ। ਆਪ ਸੰਗਤ 'ਚ ਰਹਿ ਕੇ ਜੋ ਕੁਝ ਸਿੱਖਿਆ ਉਹਨਾਂ ਨੇ ਉਹਨੂੰ ਇੱਕ ਕਿਤਾਬ ਦੇ ਵਿੱਚ ਲਿਖਿਆ ਸੀ, ਇਸ ਮਨ ਕੋ ਕੋਈ ਖੋਜੋ ਪਾਈ, ਔਰ ਉਸ ਕਿਤਾਬ ਨੂੰ ਆਧਾਰ ਬਣਾ ਕੇ ਹੀ 6 ਐਪੀਸੋਡ ਕੀਤੇ ਨੇ। 7ਵਾਂ ਐਪੀਸੋਡ ਹੈ। ਗੱਲ ਪਿਛਲੇ ਐਪੀਸੋਡ ਦੇ ਵਿੱਚ ਚੱਲ ਰਹੀ ਸੀ ਜਿਹੜੀ, ਉੱਥੋਂ ਹੀ ਗੱਲ ਸ਼ੁਰੂ ਕਰਨੀ ਆ, ਪਰ ਪਹਿਲਾਂ ਡਾਕਟਰ ਸਾਹਿਬ ਨੂੰ ਜੀ ਆਖੇ ਫਤਿਹ ਸਾਂਝੀ ਕਰਦੀ ਹੈ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਮੈਂ ਵੀ ਗੱਲ ਸਾਂਝੀ ਕਰਦਾ ਜਾਵਾਂ ਕਿ ਡਾਕਟਰ ਸਾਹਿਬ ਨੇ ਜਿੱਥੇ ਦੁਨਿਆਵੀ ਸਟੱਡੀ ਦੇ ਵਿੱਚ, ਰਿਸਰਚ ਦੇ ਵਿੱਚ ਪੰਜਾਬ ਦੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਥੋਂ ਲੈ ਕੇ ਵੇਲਜ਼ ਦੀ ਬੈਂਗਰ ਯੂਨੀਵਰਸਿਟੀ ਤੱਕ ਕੰਮ ਕਰਦਿਆਂ ਵੱਡਾ ਨਾਮਣਾ ਖੱਟਿਆ। ਬਰਤਾਨਵੀ ਮੁਲਕਾਂ ਨੇ ਉਹਨਾਂ ਨੂੰ OBE ਨਾਲ ਵੀ ਸਨਮਾਨਿਆ। ਦੁਨੀਆ ਭਰ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਰਿਸਰਚ ਸੀ ਉਹਦੀ ਸਲਾਹਤਾ ਹੋਈ। ਉੱਥੇ ਨਾਲ ਨਾਲ ਸਾਡੇ ਚੰਗੇ ਭਾਗ ਨੇ ਕਿ ਉਹਨਾਂ ਨੇ ਗੁਰਮਤਿ ਦੀ ਗੱਲ ਕੀਤੀ ਤੇ ਸਾਡੇ ਨਾਲ ਜੁੜ ਕੇ ਵੀ ਕਰ ਰਹੇ ਨੇ। ਡਾਕਟਰ ਸਾਹਿਬ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ, ਮਨ ਦੀ ਗੱਲ ਕਰਦੇ ਹਾਂ, ਦਿਮਾਗ ਦੀ ਗੱਲ ਕਰਦੇ ਹਾਂ ਕਿ ਜਿਹੜੀਆਂ ਮਨੁੱਖ ਦੀਆਂ ਆਦਤਾਂ ਆ ਉਹਨਾਂ ਨੂੰ ਕਿਵੇਂ ਬਦਲਿਆ ਜਾ ਸਕਦਾ। ਕੁਛ ਗੱਲ ਤੁਸੀਂ ਸ਼ੁਰੂ ਕੀਤੀ ਸੀ ਪਰ ਸਮੇਂ ਨੇ ਲਿਹਾਜ਼ ਨਹੀਂ ਕੀਤਾ, ਸਮਾਂ ਹੋ ਗਿਆ ਸੀਗਾ। ਜਿੱਥੋਂ ਕੋਈ ਗੱਲ ਤੁਸੀਂ ਛੱਡੀ ਸੀ ਆਪਣੀ ਮਰਜ਼ੀ ਨਾਲ ਉੱਥੋਂ ਕੋਈ ਗੱਲ ਬੇਸ਼ੱਕ ਸ਼ੁਰੂ ਕਰ ਲਓ। ਹਾਂਜੀ, ਵੈਸੇ ਜੀ ਆਪਾਂ ਪੰਜਾਬੀ ਵਿੱਚ ਵਾਰਿਸ ਸ਼ਾਹ ਨੂੰ ਕਹਿੰਦੇ ਹੁੰਦੇ ਆ, ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ। ਇਹ ਆਮ ਪ੍ਰਚਲਿਤ ਆ ਗੱਲ। ਹਾਂਜੀ, ਪਰ ਗੁਰਬਾਣੀ ਕਹਿੰਦੀ ਆ ਵੀ ਆਦਤਾਂ ਚੇਂਜ ਕਰਨੀਆਂ ਬਹੁਤ ਔਖੀਆਂ ਨੇ, ਖਾਸ ਕਰਕੇ ਜਿਹੜੀਆਂ ਅਚੇਤ ਮਨ ਵਿੱਚ ਚਲੀਆਂ ਜਾਣ ਉਹਨਾਂ ਨੂੰ ਬਦਲਣਾ ਔਖਾ, ਪਰ ਇੰਪੋਸੀਬਲ ਨਹੀਂ ਹੈਗਾ। ਸਾਡੇ ਗੁਰਮਤ ਇਤਿਹਾਸ ਨੇ ਇਸ ਗੱਲ ਦੀਆਂ ਉਦਾਹਰਨਾਂ ਬਹੁਤ ਮਿਲਦੀਆਂ। ਆਪਾਂ ਇੱਕ ਵਿਧੀ ਚੰਦ ਦੀ ਲੈ ਲਈਏ। ਹਾਂਜੀ ਹਾਂਜੀ, ਸਤਿਗੁਰ ਨੇ ਉਹਦੇ ਜਿਹੜੀ ਚੋਰੀ ਦੀ ਆਦਤ ਸੀ, ਡਾਕੇ ਦੀ ਆਦਤ ਸੀ, ਬਦਲੀ ਵੀ ਗੁਰਸਿੱਖ ਬਣਾਇਆ। ਫਿਰ ਉਹਦਾ ਜਿਹੜਾ ਗੁਣ ਬਣ ਚੁੱਕਾ ਸੀ, ਉਹਦੇ ਕੋਲ ਜਿਹੜੀ ਮਹਾਰਤ ਆ ਗਈ ਸੀਗੀ, ਉਹਨੂੰ ਬਾਅਦ 'ਚ ਕੌਮੀ ਕਾਰਜ ਲਈ ਵਰਤਿਆ। ਬਿਲਕੁਲ ਬਿਲਕੁਲ ਠੀਕ ਤੁਹਾਡੀ ਗੱਲ। ਹਾਂਜੀ, ਹਨਾ, ਔਰ ਕਿੱਡਾ ਵੱਡਾ ਯੋਧਾ ਬਣਾਇਆ। ਔਰ ਇਹ ਮੈਂ ਆਪਣੇ ਸਮੇਂ ਦੇ ਵਿੱਚ ਜਦੋਂ ਮੋਰਚਾ ਲੱਗਾ ਹੋਇਆ ਸੀ, ਜਿਹੜੇ ਲੋਕ ਵਿਗੜੇ ਤਿਗੜੇ ਸੀ ਉਹ ਪ੍ਰਭਾਵ ਦੇ ਨਾਲ ਬਾਅਦ 'ਚ ਆਏ, ਔਰ ਉਹਨਾਂ ਨੇ ਆ ਕੇ ਕੌਮੀ ਕਾਰਜਾਂ ਦੇ ਵਿੱਚ ਇਹ ਆਪਣਾ ਆਪ ਜਾਣੀ ਕਿ ਲਾਤਾ ਪੂਰੇ ਦਾ ਪੂਰਾ ਹੀ। ਸੋ ਇਹ ਬਦਲਿਆ ਜਾ ਸਕਦਾ ਹੈ, ਨੈਗੇਟਿਵ ਨੂੰ ਪੋਜ਼ਿਟਿਵ ਗੁਰਮਤਿ ਬਣਾਉਂਦੀ ਹੈ। ਤੁਸੀਂ ਬਸ ਪਰ ਉਹਦੇ ਲਈ ਮਿਹਨਤ ਕਰਨ ਦੀ ਲੋੜ ਹੈ। ਉਹ ਕਿਹੜੀ ਮਿਹਨਤ ਹੈ, ਬਸ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਉਹ ਹੀ ਜੇ ਆਪਾਂ ਦੇਖੋ ਸੁਚੇਤ ਮਨ ਦੇ ਜਿਹੜੇ ਤਜਰਬੇ ਆ ਨਾ, ਉਹਨਾਂ ਨੂੰ ਆਪਾਂ ਆਦਤ ਬਣਾਉਣਾ ਚਾਹੁੰਦੇ ਹਾਂ ਜੀ, ਤੇ ਆਪਾਂ ਇੱਥੇ ਗੱਲ ਸ਼ੁਰੂ ਕੀਤੀ ਸੀ ਤੇ ਉਸੇ ਨੂੰ ਆਪਾਂ ਦੁਬਾਰਾ ਗੱਲ ਕਰਦੇ ਹਾਂ। ਜੇ ਸੁਚੇਤ ਮਨ ਦੇ ਤਜਰਬੇ, ਅਨੁਭਵ ਜੋ ਵੀ ਆਪਾਂ ਕਰਨਾ ਚਾਹੁੰਦੇ ਹਾਂ, ਪ੍ਰਯੋਗ ਜਿਹੜੇ ਕੀਤੇ ਆ ਸੁਚੇਤ ਮਨ ਦੇ, ਉਹਨਾਂ ਨੂੰ ਅਸੀਂ ਆਪ ਜੇ ਆਦਤ ਬਣਾਉਣਾ ਹੋਵੇ ਤੇ ਉਹਦੇ 3-4 ਸਾਨੂੰ ਖਿਆਲ ਰੱਖਣੇ ਪੈਣੇ ਆ ਜੀ। ਪਹਿਲੀ ਗੱਲ ਤੇ ਆ ਗਿਆ ਕਿ ਵਿਸ਼ਾਲ ਗਿਆਨ ਇਕੱਠਾ ਕਰਨਾ, ਜਾਂ ਕਹਿ ਲਓ ਕਿ ਕਈ ਤਰੀਕਿਆਂ ਦੇ ਨਾਲ ਗਿਆਨ ਨੂੰ ਲੈਣਾ। ਬਰੋਡ ਨੌਲੇਜ ਤੇ ਲਾਰਜ ਕੈਚਿੰਗ ਨੈਟ ਹੋਣਾ ਚਾਹੀਦਾ ਸਾਡਾ। ਜਿੰਨਾ ਕੋਈ ਗਿਆਨਵਾਨ ਹੋਵੇਗਾ ਉਨੀਆਂ ਨੂੰ ਆਦਤਾਂ ਘੱਟ ਚਿੰਬੜਨਗੀਆਂ। ਨਹੀਂ, ਜਿਸ ਚੀਜ਼ ਨੂੰ ਆਪਾਂ ਬਦਲਣਾ ਚਾਹੁੰਦੇ ਹਾਂ, ਠੀਕ ਹੈ, ਜਿਹੜੀ ਸਾਡਾ ਟਾਰਗੇਟ ਆ ਨਾ ਵੀ ਮੈਂ ਆਹ ਚੀਜ਼ ਬਦਲਣਾ ਚਾਹੁੰਦੇ ਹਾਂ, ਉਹਦੇ ਬਾਰੇ ਗਿਆਨ ਲੈਣਾ, ਉਹਦੇ ਬਾਰੇ ਤਾਂ ਹੀ ਆਪਾਂ ਬਦਲਾਂਗੇ। ਸਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਬਰੋਡ ਗਿਆਨ ਲੈਣਾ ਚਾਹੀਦਾ ਵੀ ਇਹ ਮੈਂ ਬਦਲਣਾ, ਇਹਦੇ ਮੈਨੂੰ ਕੀ ਫਾਇਦੇ ਹੋਣਗੇ, ਕਿਉਂ ਬਦਲਣਾ, ਕੀ ਇਹਦੇ ਨੁਕਸਾਨ ਨੇ, ਉਹ ਸਾਰਾ ਗਿਆਨ ਹੋਣਾ ਚਾਹੀਦਾ। ਫਿਰ ਦੂਜੀ ਗੱਲ ਹੈ ਕਿ ਸਾਨੂੰ ਆਪਣਾ ਮਾਈਂਡ ਜਿਹੜਾ ਨਾ ਉਹਨੂੰ ਓਪਨ ਰੱਖਣਾ ਪਊਗਾ। ਜਿੱਦਾਂ ਕਹਿ ਲੈ ਕਿ ਚੰਗੀ ਧਰਤੀ ਦੇ ਵਿੱਚ ਚੰਗਾ ਬੀਜ ਉੱਗਦਾ, ਜੇ ਸਾਡਾ ਮਨ ਤਿਆਰ ਨਹੀਂ ਹੈਗਾ, ਮਨ ਸਾਡਾ ਓਪਨ ਨਹੀਂ ਹੈਗਾ ਤੇ ਖੁੱਲ੍ਹਾ ਨਹੀਂ ਹੈਗਾ ਵੀ ਜਿਹੜਾ ਆਈਡੀਆ ਮੈਂ ਵਿੱਚ ਪਾਉਣਾ ਚਾਹੁੰਦਾ ਉਹਨੂੰ ਐਕਸੈਪਟ ਨਹੀਂ ਕਰੂਗਾ, ਉਹਨਾਂ ਚਿਰ ਤੱਕ ਇਹਨੇ ਬਦਲਣਾ ਨਹੀਂ ਹੈਗਾ। ਇਹ ਬਹੁਤ ਜ਼ਰੂਰੀ ਹੈ। ਫਿਰ ਹੈਗਾ ਕਿ ਜਿਹੜਾ ਗਿਆਨ ਆਪਾਂ ਲੈ ਰਹੇ ਹਾਂ ਨਾ, ਉਹਨੂੰ ਗਿਆਨ ਵਿਸ਼ਾਲ ਦੀ ਮੈਂ ਗੱਲ ਕੀਤੀ ਸੀ,
ਮੈਂ ਕਹੂੰਗਾ ਵਿਸ਼ਾਲ ਤੋਂ ਇਲਾਵਾ ਗਿਆਨ ਨੂੰ ਹਰ ਦਿਸ਼ਾ ਵਿੱਚ ਵੀ ਲੈਣਾ ਚਾਹੀਦਾ ਸਾਨੂੰ। ਸਰਵਪੱਖੀ ਗਿਆਨ, ਸਰਵਪੱਖੀ ਗਿਆਨ ਸਾਨੂੰ ਲੈਣ ਦੀ ਲੋੜ ਹੈ, ਜਿਹਨੂੰ ਲੈਟਰਲ ਥਿੰਕਿੰਗ ਆਪਾਂ ਲੈਟਰਲ ਸਰਚਿੰਗ ਕਹਿ ਲਓ, ਹਰ ਪਾਸੇ ਉਹਦਾ ਲੈਣਾ ਚਾਹੀਦਾ। ਫਿਰ ਇੱਕ ਗੱਲ ਬਹੁਤ ਜ਼ਰੂਰੀ ਆ ਕਿ ਜਿਹੜੀ ਚੀਜ਼ ਆਪਾਂ ਕਰਨੀ ਚਾਹੁੰਦੇ, ਜਿਹੜਾ ਸਾਡਾ ਟਾਰਗੇਟ ਹੈ ਵੀ ਅਸੀਂ ਆਹ ਆਦਤ ਬਦਲਣੀ ਚਾਹੁੰਦੇ ਆ, ਉਹਦੇ ਲਈ ਸਾਨੂੰ ਪਾਗਲ ਹੋ ਜਾਣਾ ਚਾਹੀਦਾ ਵੀ ਮੈਂ ਇਹ ਬਦਲ ਕੇ ਹਟੂੰਗਾ। ਜਨੂਨ ਦੀ ਅਵਸਥਾ, ਜਨੂਨ ਬਦਲ ਤੁਹਾਡੇ ਛਦਾਈ ਹੋ ਜਾਣਾ ਚਾਹੀਦਾ। ਇੰਨਾ ਪੈਸ਼ਨ ਸਾਡੇ ਵਿੱਚ ਹੋ ਜਾਏ ਕਿ ਮੈਂ ਛੱਡਣਾ ਨਹੀਂ, ਇਹ ਕਰਕੇ ਹਟਣਾ। ਹਾਂਜੀ। ਤੇ ਇਹੋ ਹੀ ਰੂਲ ਲੱਗਦਾ ਜੇ ਤੁਸੀਂ ਅਧਿਆਤਮਿਕ ਤਰੱਕੀ ਕਰਨਾ ਚਾਹੁੰਦੇ। ਆਪਾਂ ਇੱਥੇ ਛੱਡਿਆ ਸੀ, ਜੇ ਅਸੀਂ ਅਧਿਆਤਮਿਕ ਤੌਰ ਦੇ ਉੱਤੇ ਕਿਸੇ ਚੀਜ਼ ਨੂੰ, ਸੰਸਾਰਿਕ ਜੀਵਨ ਨੂੰ ਛੱਡ ਕੇ ਅਸੀਂ ਅਧਿਆਤਮਿਕ ਤਰੱਕੀ ਕਰਨਾ ਚਾਹੁੰਦੇ ਤੇ ਉਹਦੇ ਵੀ ਇਹੀ ਪੜਾਵਾਂ ਹੈਗੀਆਂ। ਜਿੱਦਾਂ ਫਾਰ ਐਗਜ਼ਾਮਪਲ ਕਹਿ ਲਓ, ਧਾਰਮਿਕ ਗਿਆਨ ਦਾ ਭੰਡਾਰਾ ਇਕੱਠਾ ਕਰਨਾ ਨੰਬਰ 1 ਤੇ ਪਹਿਲਾ ਇਹ ਆ ਵੀ ਜੇ ਤੁਸੀਂ ਗੁਰਬਾਣੀ ਉਹਨੂੰ ਵਿਚਾਰ ਸਹਿਤ ਪੜ੍ਹਨਾ, ਉਹਦੇ ਟੀਕੇ ਪੜ੍ਹਨੇ, ਉਹਦੀ ਸਾਰੀ ਹਿਸਟਰੀ ਪੜ੍ਹਨੀ, ਗੁਰੂਆਂ ਦੇ ਬਾਰੇ ਪੜ੍ਹਨਾ, ਗੁਰਬਾਣੀ ਦਾ ਅਧਿਐਨ ਕਰਨਾ, ਕੀਰਤਨ ਸੁਣਨਾ। ਹਾਂਜੀ, ਮੇਰੇ ਮਨ 'ਚ ਖਿਆਲ ਆ ਗਿਆ ਮਾੜਾ ਜਿਹਾ ਕਰਦੇ ਦੁਬਦਾ ਨਹੀਂ ਖਿਆਲ ਹੀ ਆਇਆ ਇਹ ਕਿ ਜਿਹੜਾ ਸਤਿਗੁਰੂ ਨੇ ਸਾਨੂੰ ਨਿਤਨੇਮ ਦਿੱਤਾ ਵੇ, ਸਵੇਰੇ ਸ਼ਾਮੀ ਨਿਤਨੇਮ ਕਰਨਾ ਆ ਜੀ, ਰੋਜ਼ ਕਰਨਾ ਆ ਰੋਜ਼, ਔਰ ਉਹਦਾ ਇੱਕ ਤਰ੍ਹਾਂ ਦਾ ਸਮਾਂ ਵੀ ਨਿਸ਼ਚਿਤ ਹੋ ਗਿਆ ਕਰੀਬ ਹੈ ਨਾ। ਨਿਤਨੇਮ ਸਵੇਰੇ ਵੀ ਕਰਨਾ, ਸ਼ਾਮ ਨੂੰ ਵੀ ਕਰਨਾ, ਸੌਣ ਲੱਗਿਆ ਫਿਰ ਸੂਰਜ ਦਾ ਪਾਠ ਕਰਨਾ ਹੈ। ਹਾਂਜੀ, ਇਹ ਸਤਿਗੁਰੂ ਨੇ ਇਸੇ ਕਰਕੇ ਦਿੱਤਾ ਹੈ ਕਿ ਗੁਰਬਾਣੀ ਪੜ੍ਹਨ ਦੀ, ਗੁਰਬਾਣੀ ਨਾਲ ਜੁੜਨ ਦੀ ਸਾਡੀ ਆਦਤ ਬਣ ਜਾਏ ਜੀ। ਇਹ ਤਾਂ ਸਾਡੀ ਰੂਟੀਨ ਬਣਾਈ ਉਹਨਾਂ ਨੇ, ਮਿਨੀਮਮ ਕਿ ਸ਼ਬਦ ਦੇ ਨਾਲ ਜੁੜਨਾ। ਵੇਖੋ ਜਿਹੜਾ ਗੁਰਸਿੱਖ ਆ ਉਹ 24 ਘੰਟੇ ਦਾ ਉਹਦਾ ਸਿਮਰਨ ਆ। ਹਾਂਜੀ, ਪਰ ਇਹ ਇੱਕ ਆਦਤ ਪਕਾਉਣੀ ਇਹਦੇ ਨਾਲ, ਇਹਦੇ ਤੇ ਬਿਨਾਂ ਚੱਲਣਾ ਨਹੀਂ ਉਹਨੇ। ਜੀ ਜੀ, ਇਹ ਉਹਦਾ ਜਿਹੜਾ ਨਾ ਬੇਸ ਆ। ਗੁਰਬਾਣੀ ਜਿਹੜੀ ਆ ਕਹਿ ਲਓ ਮਾਂ ਆ ਤੇ ਸ਼ਬਦ ਇਹਦੇ ਵਿੱਚੋਂ ਉੱਗਦਾ ਆ, ਤੇ ਜੇ ਮਾਂ ਨਹੀਂ ਹੈਗੀ ਤੇ ਸ਼ਬਦ ਵੀ ਹੈ ਨਹੀਂ। ਗੁਰਬਾਣੀ ਨਹੀਂ ਹੈਗੀ ਤੇ ਤੁਹਾਡਾ ਗੁਰਮੰਤਰ ਵੀ ਨਹੀਂ ਚੱਲਣਾ, ਤੁਹਾਡਾ ਮੂਲ ਮੰਤਰ ਵੀ ਨਹੀਂ ਚੱਲਣਾ। ਉਹ ਥੋੜਾ ਜਿਹਾ ਚੱਲੂਗਾ, ਫਿਰ 2 ਮਿੰਟ ਚੱਲ ਕੇ ਬੰਦ ਹੋ ਜਾਊਗਾ। ਇਹ ਤਿਆਰ, ਇਹ ਗਰਾਊਂਡ ਜਿੱਦਾਂ ਨਾ, ਜਦੋਂ ਆਪਾਂ ਵਿਸ਼ਾਲ ਪਹਿਲਾਂ ਗਿਆਨ ਲੈਣਾ ਨਾ, ਫਿਰ ਗਿਆਨ ਤੋਂ ਇਲਾਵਾ ਇਹ ਮਨ ਨੂੰ ਤਿਆਰ ਕਰਨਾ, ਓਪਨ ਮਾਈਂਡਡਨੈਸ, ਬੀਜ ਪਾਉਣ ਵਾਸਤੇ ਧਰਤੀ ਨੂੰ ਤਿਆਰ ਕਰਨਾ। ਗੁਰਬਾਣੀ ਜਿਹੜਾ ਆਪਾਂ ਨਿਤਨੇਮ ਕਰਦੇ ਆ, ਧਰਤੀ ਸਾਡੀ ਤਿਆਰ ਹੁੰਦੀ ਆ, ਸਾਡੇ ਮਨ ਦੀ ਜਿਹੜੀ ਖੁਦਾਈ ਹੁੰਦੀ ਆ, ਤੇ ਫਿਰ ਉਹਦੇ ਵਿੱਚ ਤੁਸੀਂ ਉਹ ਬੀਜ ਜਿਹੜਾ ਸ਼ਬਦ ਦਾ ਬੀਜ ਜਿਹੜਾ ਉਹ ਟਿਕਦਾ ਆ, ਉੱਦਾਂ ਟਿਕਣਾ ਨਹੀਂ ਹੈਗਾ। ਫਿਰ ਆਪਾਂ ਜਿੱਦਾਂ ਗੱਲ ਕਰ ਰਹੇ ਨਾ ਵੀ ਅਧਿਐਨ ਕਰਕੇ ਟੀਕੇ ਪੜ੍ਹਨੇ, ਅਰਥ ਵਿਚਾਰ ਕਰਨਾ, ਨਵੀਆਂ ਗੱਲਾਂ ਗੁਰਬਾਣੀ ਬਾਰੇ ਸਿੱਖਣੀਆਂ, ਤੇ ਕੀਰਤਨ ਦਾ ਚਾਅ ਹੋਣਾ, ਹਰ ਥਾਂ ਜਾਣਾ, ਫਿਰ ਗਿਆਨ ਲੈਣ ਲਈ ਹਰ ਹੀਲਾ ਵਰਤਣਾ। ਜਦੋਂ ਇੱਥੇ ਆਪਾਂ ਪਹਿਲਾਂ ਜਦੋਂ ਰਹਿਣ ਸਭਾਈਆਂ ਹੋਣੀਆਂ ਨਾ, ਉਹ ਕਦੀ ਗ੍ਰੇਵਲੈਂਡ ਹੋ ਰਹੀ, ਕਦੀ ਨਾਰਥ 'ਚ ਹੋ ਰਹੀ, ਆਪਾਂ ਇਕੱਠੇ ਹੋ ਕੇ ਸਾਰੇ ਜਣੇ ਜਾਂਦੇ ਹੁੰਦੇ ਸੀ। ਛਦਾ ਸੀ, ਕੀਰਤਨ ਸੁਣਨ ਦਾ ਛਦਾ ਸੀ। ਉਹ ਫਿਰ ਕੀਰਤਨ ਤੁਹਾਡੇ ਅੰਦਰ ਅਸਰ ਕਰਦਾ ਹੈ। ਮਤਲਬ ਇੱਕ ਤਾਂ ਸਾਨੂੰ ਇੰਨਾ ਪ੍ਰੇਮ ਹੋ ਜਾਈਦਾ, ਅਸੀਂ ਛਦਾਈ ਹੋ ਜਾਈਏ ਵੀ ਹਰ ਹੀਲੇ ਵਿੱਚ ਮੈਂ ਇਹਨੂੰ ਗ੍ਰਹਿਣ ਕਰਨਾ ਹੀ ਕਰਨਾ। ਇਹ ਜ਼ਰੂਰੀ ਚੀਜ਼ਾਂ ਹੈਗੀਆਂ ਨੇ। ਤੇ ਆਪਾਂ ਚਲੋ ਰੋਜ਼ਮਰਰਾ ਦੀ ਗੱਲ ਕਰ ਲਓ, ਜਿੱਦਾਂ ਤੁਸੀਂ ਗੱਲ ਕੀਤੀ ਸੀ, ਫਰਜ਼ ਕਰੋ ਆਪਾਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਹਾਂ, ਸਾਡੇ ਕੋਲ ਨਹੀਂ ਉੱਠਿਆ ਜਾਂਦਾ। ਹੁਣ ਪਹਿਲਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੂੰ ਮੈਨੂੰ ਉਠਾ ਦੀ, ਉਠਾ ਦਿੰਦੇ ਗੁਰਸਿੱਖ। ਫਿਰ ਆਪਾਂ ਅਲਾਰਮ ਲਾ ਦਿੰਦੇ ਹਾਂ। ਤੁਹਾਨੂੰ ਕੁਝ ਚਿਰ ਅਲਾਰਮ ਲਾਉਣਾ ਪਊਗਾ, ਫਿਰ ਤੁਹਾਡੇ ਮਨ ਨੇ ਆਪੇ ਕੰਡੀਸ਼ਨ ਹੋ ਜਾਣਾ ਵੀ ਬਾਹਰ ਉੱਠਣ ਦਾ ਟਾਈਮ ਹੋਗਾ, ਉੱਠ ਭਾਈ। ਫਿਰ ਤੁਹਾਨੂੰ ਆਪਣੇ ਆਪ ਮਨ ਨੇ ਹੁੱਜ ਮਾਰਨੀ ਹੈ, ਤੁਸੀਂ ਆਪਣੇ ਆਪ ਉੱਠੋਗੇ। ਤੇ ਇਹ ਵੀ ਇੱਕ ਆਦਤ ਆ ਕਿ ਇਹ ਆਦਤ ਅੰਮ੍ਰਿਤ ਵੇਲੇ ਉੱਠਣ ਦੀ ਆਪਾਂ ਆਦਤ ਪਾਉਣਾ ਚਾਹੁੰਦੇ ਹਾਂ, ਤੇ ਇਸ ਤਰ੍ਹਾਂ ਪਊਗਾ। ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਹੋਰ ਡਿਟੇਲ ਬਾਅਦ 'ਚ ਗੱਲ ਕਰਾਂਗੇ, ਕਿਉਂਕਿ ਜਦੋਂ ਇਹ ਤੁਹਾਡੇ ਅਵਚੇਤ ਮਨ ਦੇ ਵਿੱਚ ਘਰ ਜਾਏ ਵੀ ਮੈਂ ਅੰਮ੍ਰਿਤ ਵੇਲੇ ਉੱਠਣਾ ਆ, ਫਿਰ ਤੁਹਾਨੂੰ ਤਰੱਦਦ ਦੀ ਲੋੜ ਨਹੀਂ, ਉਹਨੇ ਮਨ ਨੇ ਆਪਣੇ ਆਪ ਹੀ ਤੁਹਾਨੂੰ ਉਠਾ ਦੇਣਾ। ਤੇ ਇਹ ਅਸੀਂ ਪਾਉਣਾ ਕਿੱਦਾਂ ਅਵਚੇਤ ਮਨ, ਤੇ ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਤੇ ਇਹੋ ਜਿਹੜੀ ਵਿਧੀ ਜਿਹੜੀ ਤੁਸੀਂ ਗੱਲ ਕੀਤੀ ਨਾ, ਇਹੀ ਵਿਧੀ ਨਾਮ ਜਪਣ ਵਾਲੇ ਕਰਦੇ ਆ। ਜਦੋਂ ਨਾਮ ਜਪਦੇ ਆ, ਪਹਿਲਾਂ ਤੇ ਭਾਈ ਵੀਰ ਸਿੰਘ ਹੁਣਾਂ ਦੀਆਂ ਕਿਤਾਬਾਂ ਪੜ੍ਹ ਲਓ, ਗੁਰਮੁਖ ਜੀਵਨ ਪੜ੍ਹ ਲਓ, ਉਹ ਕਹਿੰਦੇ ਵੀ ਤੇਰਾ ਦੇ ਮਨ ਨਾ ਵੀ ਕਰੇ ਨਾ, ਤਾਂ ਵੀ ਤੂੰ ਨਾਮ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ। ਨਹੀਂ ਜੀ ਕਰਦਾ, ਕਹਿੰਦੇ ਜਿਹੜਾ ਰੋਟੀ ਖਾਊਗਾ ਉਹਦੀ ਭੁੱਖ ਲੱਥਣੀ ਆ, ਦੂਜੇ ਦੀ ਭੁੱਖ ਨਹੀਂ ਲੱਥਣੀ। ਤੂੰ ਜਪੇਗਾ ਤੈਨੂੰ ਅਸਰ ਹੋਣਾ ਆ। ਜੇ ਸਵਾਦ ਨਹੀਂ ਆਉਂਦਾ, ਇਹ ਜੇ ਅਲੂਣੀ ਸਿਲ ਚੱਟਣੀ ਪੈਂਦੀ ਪਹਿਲਾਂ, ਤੇ ਅਲੂਣੀ ਸਿਲ ਨੂੰ ਚੱਟਣ ਦੇ ਨਾਲ ਬਾਅਦ ਦੇ ਵਿੱਚ ਅਲੂਣੀ ਸਿਲ ਦੇ ਵਿੱਚੋਂ ਲੂਣ ਆਉਣਾ ਸ਼ੁਰੂ ਹੋ ਜਾਂਦਾ, ਉਹ 'ਚੋਂ ਸਵਾਦ ਆਉਣਾ ਸ਼ੁਰੂ। ਨਾਮ ਜਪਣ ਵਾਲੇ ਇਹੀ ਕਹਿੰਦੇ ਨੇ, ਪਹਿਲਾਂ ਉੱਚੀ ਉੱਚੀ ਬੋਲੋ, ਮੂੰਹ ਦੇ ਨਾਲ ਬੋਲੋ, ਜ਼ੁਬਾਨ ਦੇ ਨਾਲ ਬੋਲੋ, ਤੇ ਕੰਨਾਂ ਨਾਲ ਸੁਣੋ। ਫਿਰ ਹੌਲੀ ਹੌਲੀ ਕਹਿੰਦੇ ਵੀ ਹੌਲੀ ਹੌਲੀ ਤੁਹਾਨੂੰ ਉੱਚੀ ਬੋਲਣ ਦੀ ਲੋੜ ਨਹੀਂ, ਫਿਰ ਹੌਲੀ ਹੌਲੀ ਇੰਨਾ ਕੀ ਬੋਲੋ ਜਿੰਨਾ ਕਿ ਕੰਨ ਸੁਣ। ਫਿਰ ਹੌਲੀ ਹੌਲੀ ਰਸਨਾ ਵੀ ਬੰਦ ਹੋ ਜਾਂਦੀ ਆ, ਫਿਰ ਉਹ ਹਿਰਦੇ ਵਿੱਚ ਟਿਕਣਾ ਸ਼ੁਰੂ ਹੋ ਗਿਆ, ਤੁਹਾਡੇ ਸੁਰਤੀ ਦੇ ਨਾਲ ਚੱਲਣਾ ਸ਼ੁਰੂ ਹੋ ਜਾਂਦਾ, ਫਿਰ ਉਹ ਅਜੱਪਾ ਜਾਪ ਬਣ ਜਾਂਦਾ। ਮਤਲਬ ਇਹ ਸਟੇਜਿਸ ਨੇ ਨਾ, ਆਦਤ ਹੀ ਆ ਨਾ, ਸਾਡੀ ਆਦਤ ਨਾਮ ਜਪਣ ਦੀ ਹੈ ਨਹੀਂ ਗੀ ਪਹਿਲਾਂ। ਉਸ ਆਦਤ ਨੂੰ ਪਾਉਣ ਲਈ ਇਹ ਸਟੇਜਿਸ ਨੇ ਕਿ ਹੌਲੀ ਹੌਲੀ ਬੋਲ ਕੇ, ਉੱਚੀ ਬੋਲ ਕੇ, ਸੁਣ ਕੇ, ਇਕੱਲੇ 'ਚ ਬਹਿ ਕੇ, ਫਿਰ ਤੁਹਾਨੂੰ ਇਕੱਲੇ 'ਚ ਹੀ ਬਹਿਣ ਦੀ ਲੋੜ ਨਹੀਂ, ਜੱਪਾ ਜਾਪ ਬਣ ਜਾਂਦਾ। ਇਹ ਤੁਹਾਡੀ ਆਦਤ ਬਣ ਜਾਣੀ ਮਨ ਦੀ, ਤੇ ਫਿਰ ਤੁਹਾਨੂੰ ਲੋੜ ਨਹੀਂ ਕਿਤੇ ਬੈਠਣ ਦੀ, ਕੁਛ ਨਹੀਂ। ਅਚੇਤ ਤੁਹਾਡਾ ਮਨ
ਨਾਮ ਦੇ ਵਿੱਚ ਜੋੜਨਾ ਸ਼ੁਰੂ ਹੋ ਜਾਂਦਾ, ਉਦੋਂ ਅਜੱਪਾ ਜਾਪ ਹੋ ਜਾਂਦਾ। ਇਹ ਸਟੇਜਸ ਨੇ, ਅਧਿਆਤਮਿਕ ਤੌਰ ਦੇ ਉੱਤੇ ਵੀ ਇਹਨੂੰ ਆਪਾਂ ਅਜਮਾ ਸਕਦੇ ਹਾਂ ਜੀ। ਤਾਂ ਹੀ ਸਤਿਗੁਰਾਂ ਨੇ ਕਿਹਾ ਬਾਰੰਬਾਰ ਬਾਰ ਪ੍ਰਭ ਜਪੀਏ ਕਿਆ ਬਾਤ ਹੈ। ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਇਹਨੂੰ ਬਾਰ-ਬਾਰ ਕਰਨਾ, ਇਹ ਇੱਕ ਗੁਰ ਆ ਤਾਂ ਕਿ ਤੁਹਾਡਾ ਸੁਭਾਅ ਬਣ ਜਾਏ। ਸੁਭਾਅ ਦੇਖੋ, ਇਹ ਇੱਕ ਹੋਰ ਪੰਕਤੀ ਆਮ ਕਰਕੇ ਆਪਾਂ ਸੋਚਦੇ ਹਾਂ, ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਜੀ। ਇਹ ਤੋਕਿਆ ਸੈਂਟਰਲ ਰਹਾਉ ਦੀ ਵੀ ਤੈਨੂੰ ਕਿਤੇ ਗੋਬਿੰਦ ਨਾਮ ਵਿਸਰ ਨਾ ਜਾਏ। ਜੇ ਵਿਸਰ ਗਿਆ ਕੀ ਹੋਊਗਾ? ਫਿਰ ਹੁਣ ਜਦੋਂ ਤੂੰ ਮਰਨਾ ਨਾ, ਤੇਰੀ ਆਦਤ ਬਣੀ ਹੋਣੀ ਆ, ਉਹ ਤੇਰੇ ਮਨ ਦੇ ਵਿੱਚ ਫੁਰਨੇ ਉਦਾਂ ਦੇ ਆਉਣੇ ਆ, ਤੇ ਫਿਰ ਉਦਾਂ ਦਾ ਤੁਹਾਡਾ ਜਨਮ ਹੋਣਾ। ਜੇ ਆਪਾਂ ਇੱਕ ਐਗਜ਼ਾਮਪਲ ਲੈ ਲਈਏ, ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੋ ਮਰੇ ਸਰਪ ਜੋਨ ਵਲ ਵਲ ਅਵਤਰੇ। ਜੀ, ਜਿਹੋ ਜਿਹਾ ਖਿਆਲ ਆ, ਜਿਹੋ ਜਿਹਾ ਫੁਰਨੇ ਆ, ਜਾਂ ਕਿਉਂਕਿ ਖਿਆਲਾਂ ਤੇ ਫੁਰਨਿਆਂ ਦਾ ਸਮੂਹ ਹੀ ਮਾਣਿਆ, ਜਿਹੋ ਜਿਹਾ ਮਾਣਿਆ ਉਹੋ ਜੀ ਤੁਹਾਡੀ ਦਸ਼ਾ ਹੋਣੀ ਆ। ਬਿਲਕੁਲ, ਤੁਹਾਡੀ ਆਦਤ ਬਣ ਚੁੱਕੀ ਹੋਣੀ ਆ। ਹਾਂਜੀ। ਅਖੀਰ ਦੇ ਵਿੱਚ ਜਦੋਂ ਤੁਸੀਂ ਮਰਨਾ ਨਾ, ਉਹ ਆਦਤ ਤੁਹਾਡੇ ਨਾਲ ਨਿਭਰਨੀ ਆ ਤੇ ਉਹੋ ਜਿਹਾ ਤੁਹਾਡਾ ਜਨਮ ਹੋ ਜਾਣਾ। ਬਿਲਕੁਲ, ਇਦੋਂ ਆਪਾਂ ਇਦਾਂ ਵੀ ਜਿਹੋ ਜਿਹਾ ਤੁਹਾਡਾ ਮਨ ਹੈ ਉਹੋ ਜੀ ਤੁਹਾਡੀ ਦਸ਼ਾ ਹੋਣੀ ਆ। ਹਾਂ, ਉਹ ਸਤਿਗੁਰੂ ਇਹ ਗੱਲ ਮੈਂ ਕਿਹਾ ਉਹਦੇ ਵਿੱਚ ਕਈ ਐਗਜ਼ਾਮਪਲਾਂ ਦਿੱਤੀਆਂ, ਜਿੱਦਾਂ ਉਹਨਾਂ ਕਿ ਜੇ ਕਿ ਇਸਤਰੀ ਸਿਮਰੇ ਤੇ ਫਿਰ ਉਹ ਵੇਸਵਾ ਬਣਦਾ, ਫਿਰ ਜੇ ਲੜਕੇ ਸਿਮਰੇ ਫਿਰ ਬੇਸ਼ੱਕ ਪੰਕਤੀ ਬੋਲਦੇ ਹੋ ਕੋਈ ਉਹ ਮੈਂ ਫਿਰ ਪਸ਼ੂ ਜੂਨ ਆ ਜਾਂਦੀ ਆ, ਸੂਰ ਦੀ ਜੂਨ ਆ ਜਾਂਦੀ ਆ। ਜੇ ਮੰਦਰ ਸਿਮਰੇ ਤੇ ਫਿਰ ਉਹ ਪ੍ਰੇਤ ਬਣ ਜਾਂਦਾ। ਤੇ ਅਖੀਰ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਇੱਕ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਬਦਤ ਤਲੋਚਨ ਜੀ, ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੇ ਵਸੇ। ਆ ਗੱਲ, ਇਹ ਆਦਤ ਦੇ ਨਾਲ ਬਣਦੀ ਗੱਲ। ਜੇ ਤੁਸੀਂ ਇਸ ਸਟੇਜ ਤੇ ਜਾਣਾ ਨਾ, ਤੁਹਾਡੇ ਅੰਤ ਸਮੇਂ ਪਰਮਾਤਮਾ ਦੀ ਯਾਦ ਹੋਵੇ ਤੇ ਇਹ ਆਦਤ ਦਾ ਪਾਠ ਬਣਾਉਣਾ ਪਊਗਾ, ਤਾਂ ਤੁਸੀਂ ਅੰਤ ਸਮੇਂ ਜਪਿਆ ਜਾਊਗਾ। ਨਹੀਂ ਤੇ ਅੰਤ ਸਮੇਂ ਜਪਣਾ ਬਹੁਤ ਔਖਾ ਆ। ਹਾਂ ਬਿਲਕੁਲ, ਇੱਕ ਤਰ੍ਹਾਂ ਦਾ ਜਦੋਂ ਹਾਂਜੀ ਜਦੋਂ ਆਤਮਾ ਵੱਖ ਹੋ ਰਹੀ ਹੁੰਦੀ ਸਰੀਰ ਤੋਂ, ਬੜੇ ਦੁਖਦਾਈ ਘੜੀ ਹੁੰਦੀ ਹਰ ਮਨੁੱਖ ਲਈ, ਉਹ ਔਖਾ ਹੁੰਦਾ ਸਮਾਂ। ਤੇ ਉਸ ਦੁੱਖ ਦੇ ਸਮੇਂ 'ਚ ਤੁਸੀਂ ਪ੍ਰਮਾਤਮਾ ਨਾਲ, ਵਾਹਿਗੁਰੂ ਨਾਲ ਆਪਣੇ ਸੁਚੇਤ ਤੌਰ ਤੇ ਤਾਂ ਹੀ ਜੁੜੇ ਰਹਿ ਸਕਦੇ ਆ ਜੇ ਤੁਹਾਡਾ ਉਹ ਜੁੜਨਾ ਸੁਭਾਅ ਬਣ ਚੁੱਕਿਆ ਆ। ਨਹੀਂ ਤਾਂ ਤੁਸੀਂ ਨਹੀਂ ਜੁੜ ਸਕੋਗੇ। ਤੇ ਇਸੇ ਕਰਕੇ ਹੀ ਸਦਾ ਜਪੋ, ਫਿਰ ਅਖੀਰਲੇ ਵੇਲੇ ਵੀ ਪ੍ਰਮਾਤਮਾ ਦਾ ਸੁਭਾਅ ਬਣਾਉਣ ਲਈ ਬਾਰ-ਬਾਰ ਕਰਨਾ ਇਹਦਾ ਗੁਰ ਆ। ਬਾਰ-ਬਾਰ ਕੀਤੇ ਬਿਨਾ ਹੋ ਨਹੀਂ ਸਕਦਾ। ਜਿੱਦਾਂ ਤੁਸੀਂ ਐਗਜ਼ਾਮਪਲ ਲੈ ਲਓ, ਆਪਾਂ ਆਏ ਇੰਡੀਆ ਤੋਂ। ਹਾਂਜੀ, ਇੰਡੀਆ ਸਾਨੂੰ ਜਦੋਂ ਅਸੀਂ ਪ੍ਰਾਇਮਰੀ 'ਚ ਪੜ੍ਹਦੇ ਸੀ, ਸਾਨੂੰ ਮਾਸਟਰਾਂ ਨੇ ਮੁਹਾਰਨੀ ਤੇ ਪਹਾੜੀ ਕਰਵਾਈ ਸੀ, ਹੈ ਨਾ? ਬਿਲਕੁਲ। ਉਹ ਅੱਧਾ ਦਿਨ ਸਾਨੂੰ ਬੁਲਾਈ ਜਾਂਦੇ, ਇੱਕ ਜਣੇ ਅੱਗੇ ਬੋਲਣਾ, ਦੂਜੇ ਨੇ ਪਿੱਛੇ ਬੋਲਣਾ। ਪਹਾੜੇ ਵੀ ਯਾਦ ਹੋ ਗਏ, ਮੁਹਾਰਨੀ ਵੀ ਯਾਦ ਹੋ ਗਈ, ਤੇ ਅਸੀਂ ਜਰਬਾਂ ਤਕਸੀਬਾਂ ਬਿਨਾਂ ਸੋਚੇ ਕਰ ਜਾਂਦੇ ਜੀ, ਹੈ ਨਾ? ਅਜੇ ਵੀ ਕਰ ਜਾਂਦੇ, ਬਿਲਕੁਲ ਕਰਦੇ ਆ ਨਾ। ਉਹ ਇੱਥੇ ਦੇ ਬੱਚੇ ਨਹੀਂ ਕਰ ਸਕਦੇ। ਇਹ ਆਦਤ ਆ ਸਾਡੀ। ਉਹ ਸਾਡੇ ਪਹਾੜੇ ਤੇ ਏਡੇ ਪੱਕੇ ਹੁੰਦੇ ਸੀ, ਇੱਥੇ ਵੀਏਟੀ ਹੁੰਦੀ ਸੀ। ਮੈਂ ਕਿਤੇ ਸਮਾਨ ਲੈਣ ਜਾਂਦਾ, ਉਹਨੇ ਵੀਏਟੀ ਕਹਿਣਾ, ਕੈਲਕੂਲੇਟਰ ਚੱਕਣਾ, ਮੈਂ ਕਹਿਣਾ ਨਹੀਂ ਇੰਨੀ ਹੈਗੀ ਆ। ਉਹਨੇ ਕਿੱਦਾਂ ਪਤਾ ਲੱਗ ਗਿਆ? ਮੈਂ ਕਿਹਾ ਸਾਡੇ ਪਹਾੜੇ ਸਾਡੇ। ਹਾਂਜੀ, ਹੁਣ ਤੁਸੀਂ ਇੱਥੇ ਇੱਕ ਆਮ ਐਗਜ਼ਾਮਪਲ ਆਉਂਦੀ ਆ, ਸਾਨੂੰ ਪੁੱਛਦੇ ਨੇ ਮੇਰਾ ਬੱਚਾ ਗੁਰਦੁਆਰੇ ਨਹੀਂ ਜਾ ਕੇ ਖੁਸ਼ ਹੁੰਦਾ। ਆਮ ਇਹ ਗੱਲ ਆਉਂਦੀ ਹੈ ਵੀ ਬੱਚਾ ਗੁਰਦੁਆਰੇ 'ਚ ਮੈਂ ਬਦੋ-ਬਦੀ ਲੈ ਜਾਂਦੀ ਆ, ਬੱਚਾ ਫਿਰ ਉਹਦਾ ਜੀ ਨਹੀਂ ਕਰਦਾ। ਉਹਦਾ ਮਤਲਬ ਇਹ ਆ ਕਿ ਪਹਿਲੀ ਗੱਲ ਆ ਕਿ ਕੈਚ ਦੈਮ ਯੰਗ, ਜਦੋਂ ਉਹ ਛੋਟੇ ਨੇ, ਉਹਦਾ ਮਨ ਜਿਹੜਾ ਸਾਫ਼ ਆ, ਉਹਦੇ ਤੇ ਕੋਈ ਉਕਰੀ ਨਹੀਂ ਚੀਜ਼, ਉਹਦੀ ਆਦਤ ਬਣੀ ਨਹੀਂ ਹੈਗੀ। ਉਹਦੇ ਤੇ ਤੁਸੀਂ ਕੁਝ ਲਿਖ ਦੋਗੇ ਤੇ ਉਹ ਆਦਤ ਬਣ ਸਕਦੀ। ਪਹਿਲੀ ਗੱਲ ਤੇ ਇਹ ਆ। ਦੂਜੀ ਗੱਲ ਇਹ ਆ, ਜੇ ਤੁਸੀਂ ਕਦੀ-ਕਦਾਈ ਗੁਰਦੁਆਰੇ ਲੈ ਕੇ ਜਾਣਾ, ਗੁਰਪੁਰਬ ਤੇ ਲੈ ਗਏ, ਫਿਰ ਉਹ ਆਦਤ ਕਿੱਥੋਂ ਬਣੂਗੀ? ਫਿਰ ਉਹਨੇ ਦੁਬਾਰਾ ਨਹੀਂ ਜਾਣਾ। ਇਹਦਾ ਮਤਲਬ ਇਹ ਆ ਕਿ ਉਹਨੂੰ ਬਾਰ-ਬਾਰ ਲੈ ਕੇ ਜਾਓ। ਨਹੀਂ ਜੀ ਕਰਦਾ ਤਾਂ ਵੀ ਲੈ ਕੇ ਜਾਓ, ਉਹਦੀ ਸੰਗਤ ਉੱਥੇ ਬਣੇ, ਉਹੋ ਜਿਹੇ ਬੱਚਿਆਂ ਦੇ ਨਾਲ ਉੱਥੇ ਬੈਠੇ, ਉਹ ਤੇ ਕੀਰਤਨ ਸੁਣੇ, ਫਿਰ ਉਹਦੀ ਆਦਤ ਪੱਕੂਗੀ। ਇਹ ਇੱਕ ਵਾਰ ਦੀ ਗੱਲ ਨਹੀਂ ਹੈਗੀ ਕਿ ਇੱਕ ਵਾਰ ਲੈ ਗਏ ਤੇ ਕਹਿ ਰਿਹਾ ਮੰਨਦਾ ਨਹੀਂ, ਮੈਂ ਹੁਣ ਛੱਡ ਦੇਵਾਂ, ਫਿਰ ਉਹਦੀ ਆਦਤ ਨਹੀਂ ਬਣਨੀ। ਜਿੰਨਾ ਚਿਰ ਤੱਕ ਉਹਦੇ ਅਵਚੇਤ ਮਨ ਦੇ ਵਿੱਚ ਅਸਰ ਨਹੀਂ ਹੁੰਦਾ ਵੀ ਮੈਂ ਗੁਰਦੁਆਰੇ ਜਾਣਾ ਜ਼ਰੂਰੀ ਆ, ਉਹਨਾਂ ਚਿਰ ਤੱਕ ਉਹ ਚੇਂਜ ਨਹੀਂ ਹੁੰਦਾ। ਹੋਰ ਤੁਸੀਂ ਸੋਚ ਲਓ, ਇੱਥੇ ਹੁਣ ਅੱਜ ਕੱਲ੍ਹ ਕੈਂਪ ਲੱਗਦੇ ਬੱਚਿਆਂ ਦੇ, ਕੈਂਪਾਂ ਦਾ ਵੀ ਗੁਰ ਇਹੀ ਆ। ਤੁਸੀਂ ਇੱਕ ਦਿਨ ਦਾ ਕੈਂਪ ਲਾ ਲਓ, ਬੱਚਿਆਂ ਦੇ ਅਸਰ ਨਹੀਂ ਹੋਣਾ, ਸਿੱਖਿਆ ਭੁੱਲ ਗਿਆ। ਹੁਣ ਇਹ ਤਜਰਬੇ ਤੋਂ ਪਤਾ ਲੱਗਾ ਕਿ ਨਹੀਂ, ਕੈਂਪ ਸਾਨੂੰ ਹਫ਼ਤੇ ਦਾ ਲਾਉਣਾ ਚਾਹੀਦਾ, ਤਾਂ ਕਿ ਉਹਨੂੰ ਬਾਰ-ਬਾਰ ਜਿਹੜੀ ਚੀਜ਼ ਹੈ ਉਹਨੂੰ ਯਾਦ ਕਰਾ ਦਈਏ, ਉਹਦੇ ਮਨ ਦੇ ਵਿੱਚ ਘਰ ਜਾਵੇ। ਤਕਰੀਬਨ ਹਫ਼ਤੇ ਦਾ ਖਾਲਸਾ ਕੈਂਪ ਜਿਹੜਾ ਨਾ, ਉਹ ਅਸਰਦਾਇਕ ਮੰਨਿਆ ਗਿਆ। ਤੇ ਇਸ ਕਰਕੇ ਸਾਨੂੰ ਸਿੱਖੀ ਦੀ ਗੱਲ ਬੱਚਿਆਂ ਦੇ ਅਚੇਤ ਤੇ ਅਵਚੇਤ ਮਨ ਦੇ ਵਿੱਚ ਲਿਜਾਣ ਵਾਸਤੇ ਸਾਨੂੰ ਬਾਰ-ਬਾਰ ਤੇ ਲੰਮਾ ਸਮਾਂ ਕੰਮ ਕਰਨਾ ਪਊਗਾ। ਆਪਾਂ ਐਗਜ਼ਾਮਪਲ ਲੈ ਲਈ, ਸਿੱਖੀ ਦੀ ਲੈ ਲਓ ਐਗਜ਼ਾਮਪਲ। 10 ਪਾਤਸ਼ਾਹੀਆਂ ਨੇ ਸਿੱਖੀ ਨੂੰ ਪਰਪੱਕ ਕਰਨ ਵਾਸਤੇ 239 ਸਾਲ ਲਾਏ ਆ, 10 ਜਾਮੇ ਬਦਲੇ ਨੇ। ਇੱਕ ਜਾਮੇ 'ਚ ਨਹੀਂ ਸੀ ਹੋ ਸਕਦੀ, ਪਰ ਮਨੁੱਖ ਦੀਆਂ ਆਦਤਾਂ ਚੇਂਜ ਹੁੰਦੀਆਂ, ਪੀੜ੍ਹੀਆਂ ਬਦਲਣ। ਪਰ ਸਾਡੀਆਂ ਆਦਤਾਂ ਜਨਮਾਂ ਦੀਆਂ ਸਤਿਗੁਰਾਂ ਨੇ ਚੇਂਜ ਕਰਨੀਆਂ ਸੀਗੀਆਂ। ਪਹਿਲਾ ਗੱਲ ਤੇ ਸਾਰੇ ਕਰਮ ਕਾਂਡਾਂ ਦੀਆਂ ਆਦਤਾਂ, ਜਾਤ ਪਾਤਾਂ ਦੀਆਂ, ਵਰਨ ਆਸ਼ਰਮ ਦੀਆਂ ਆਦਤਾਂ, ਫਿਰ ਸਾਡੇ ਰਹਿਣ ਸਹਿਣ ਦੇ ਢੰਗ ਆਦਤਾਂ, ਮਨ ਦੇ ਡਰਾਂ ਦੀਆਂ ਆਦਤਾਂ, ਮੌਤ ਦਾ ਡਰ ਦਾ ਆਦਤ। ਇਹਨੂੰ ਚੁੱਕਣ ਲਈ
ਗੁਰੂ ਸਾਹਿਬ ਨੂੰ ਕਿੰਨਾ ਚਿਰ ਲੱਗਿਆ, ਫਿਰ ਖਾਲਸਾ ਬਣਾਇਆ ਉਹਨਾਂ ਨੇ ਐਂਡ ਦੇ ਉੱਤੇ, ਜਿਹਦੀ ਮੌਤ ਦਾ ਵੀ ਡਰ ਚੁਕਾਤਾ ਵੀ ਤੂੰ ਮਰਨਾ ਹੀ ਨਹੀਂ ਹੈਗਾ ਜੀ, ਤੈਨੂੰ ਫਿਰ ਡਰ ਕਾਹਦਾ ਕਿਸੇ ਦਾ, ਹੂੰ ਫਿਰ ਤੂੰ ਖੜਾ ਸਿੱਧਾ ਹੋ, ਜ਼ੁਲਮ ਕਰਨਾ ਨਹੀਂ, ਜ਼ੁਲਮ ਸਹਿਣਾ ਨਹੀਂ, ਸਾਰੇ ਨਿਰਭੈ ਕਰ ਦਿੱਤਾ ਸਤਿਗੁਰਾਂ ਜੀ, ਨੇ। ਜੀ। ਮਤਲਬ ਇਹ ਇੰਨਾ ਸਮਾਂ, ਕਿਉਂਕਿ ਮਨ ਦੇ ਉੱਤੇ ਸੱਟਾਂ ਮਾਰਨ ਲਈ ਇੰਨਾ ਸਮਾਂ ਚਾਹੀਦਾ ਸੀਗਾ। ਸਾਡਾ ਮਨ ਜਿਹੜਾ ਨਾ ਜਮਾਂਦਰੂ ਇਨਹੈਰੀਟਡ ਮਨ ਜਿਹੜਾ ਜਨਮਾਂ ਤੋਂ ਆ ਰਿਹਾ, ਸਾਡਾ ਸੋਸਾਇਟਲ ਮਨ ਜਿਹੜਾ ਸੀ ਨਾ, ਉਹਦੇ ਨੂੰ ਚੇਂਜ ਕਰਨ ਲਈ ਸਾਨੂੰ ਇੰਨਾ ਸਮਾਂ, ਇੰਨੀਆਂ ਜਨਰੇਸ਼ਨਾਂ ਚਾਹੀਦੀਆਂ ਸੀਗੀਆਂ, ਤੇ ਉਹ ਸਤਿਗੁਰਾਂ ਨੇ ਲਾਈਆਂ ਨੇ। ਬਿਲਕੁਲ। ਇਹਦਾ ਭਾਵ ਇਹ ਆ ਕਿ ਆਦਤ ਨੂੰ ਚੇਂਜ ਕਰਨ ਲਈ ਥੋੜਾ ਸਮਾਂ ਨਹੀਂ ਚਾਹੀਦਾ, ਬਾਰ-ਬਾਰ ਚਾਹੀਦਾ। 10 ਜਾਮੇ ਲਏ, ਬਾਰ-ਬਾਰ ਸਾਡੇ ਜਦੋਂ ਪੂਰਾ ਸਮਾਜ ਹੀ ਬਦਲਣਾ, ਸਮਾਜ ਚੇਂਜ ਕਰਨ ਵਾਸਤੇ ਸਾਨੂੰ ਇੰਨਾ ਹੁਣ ਦੇਖੋ ਆਪਾਂ ਚਲੋ ਹੁਣ ਇਹ ਆਪਾਂ ਗੱਲ ਕੀਤੀ ਆਦਤਾਂ ਦੀ, ਹੁਣ ਚਲੋ ਗੱਲ ਥੋੜੀ ਜਿਹੀ ਕਰ ਲਈਏ ਆਦਤ ਬਦਲਣ ਦੇ ਸਾਧਨ ਕਿਹੜੇ-ਕਿਹੜੇ ਨੇ। ਆਪਾਂ ਹਾਂਜੀ, ਇਹ ਜ਼ਰੂਰ ਕਿਵੇਂ ਗੱਲ ਕਰੀਏ, ਪੱਕੀਆਂ ਆਦਤਾਂ ਨੂੰ ਕਿਵੇਂ ਚੇਂਜ ਕਰ ਸਕਦੇ ਹਾਂ ਜੀ। ਕਿ ਪਹਿਲੀ ਗੱਲ ਤੇ ਕਿ ਵੀ ਪੁਰਾਣੀਆਂ ਆਦਤਾਂ ਬਦਲੀਆਂ ਜਾ ਸਕਦੀਆਂ ਜੀ, ਇਹ ਨਹੀਂ ਵੀ ਨਹੀਂ ਬਦਲੀਆਂ ਜਾ ਸਕਦੀਆਂ, ਇਹ ਤਾਂ ਗੁਰਮਤਿ ਨੇ ਵਾਰ-ਵਾਰ ਕਿਹਾ। ਹਾਂ, ਇਹ ਬਦਲੀਆਂ ਜਾ ਸਕਦੀਆਂ, ਕਿਉਂਕਿ ਜਨਮਾਂ ਤੋਂ ਸਾਡੀਆਂ ਆਦਤਾਂ ਜਿਹੜੀਆਂ ਉਹ ਵੀ ਚੇਂਜ ਹੋ ਸਕਦੀਆਂ ਗੁਰੂ ਦੇ ਸ਼ਬਦ ਦੇ ਨਾਲ। ਤੇ ਇਸ ਲਈ ਆਪਾਂ ਆਦਤ ਨੂੰ ਬਦਲਣ ਵਾਸਤੇ ਜਿਹੜੇ ਕਾਰਗਰ ਸਾਧਨ ਦੱਸੇ ਗਏ ਨੇ, ਉਹ ਹੈ ਪਹਿਲਾ ਤਾਂ ਹੈਗਾ ਸਵੈ ਸੁਝਾਓ, ਆਪਣੇ ਆਪ ਨੂੰ ਸੈਲਫ ਸੁਜੈਸ਼ਨ ਦੇਣੀ, ਆਪਣੇ ਆਪ ਨੂੰ ਸੈਲਫ ਸੁਜੈਸ਼ਨ ਦੇਣੀ, ਤੇ ਉਹਦੇ ਨਾਲ ਆਪਾਂ ਡੂੰਘਾ ਵਿਚਾਰ ਕਰਨਾ, ਸੈਲਫ ਸੁਜੈਸ਼ਨ ਕਰਕੇ ਡੂੰਘੇ ਵਿਚਾਰ ਦੇ ਨਾਲ ਸਵੈ ਸੁਝਾਓ ਦੇਣਾ। ਹਾਂਜੀ। ਤੇ ਅਚੇਤ ਮਨ ਨੂੰ ਇਹ ਯਕੀਨ ਦਿਵਾਉਣਾ ਕਿ ਨਵੀਂ ਆਦਤ ਜਿਹੜੀ ਆ ਉਹ ਤੇਰੇ ਫਾਇਦੇਮੰਦ ਆ, ਇਹ ਚੰਗੀ ਆ, ਤੇ ਜੇ ਮਨ ਤੇ ਪ੍ਰਭਾਵ ਇਹੋ ਜਿਹਾ ਜਾਊਗਾ ਤੇ ਉਹ ਸਾਡਾ ਨਜ਼ਰੀਆ ਜਿਹੜਾ ਉਹ ਬਦਲਣ ਦੀ ਕੋਸ਼ਿਸ਼ ਕਰੂਗਾ, ਤੇ ਉਹਦੇ ਨਾਲ ਸਾਡਾ ਫਲਸਰੂਪ ਵਿਵਹਾਰ ਚੇਂਜ ਹੋਣ ਦੀ ਸਾਧਨ ਹੋ ਸਕਦੇ ਆ। ਤੇ ਮਨ ਨੂੰ ਆਪਾਂ ਨਾ ਵਰਤਮਾਨ ਦੇ ਵਿੱਚ ਰੱਖ ਕੇ ਪੋਜ਼ਿਟਿਵ ਫੀਡਿੰਗ ਦੇਣੀ ਆ, ਵਰਤਮਾਨ ਵਿੱਚ ਲਿਆਉਣਾ ਮਨ ਨੂੰ। ਬੜੀ ਵੱਡੀ ਗੱਲ ਆ, ਕਿਉਂਕਿ ਮਨ ਦਾ ਸੁਭਾਅ ਆ ਉਹ ਵਰਤਮਾਨ 'ਚ ਰਹਿੰਦਾ ਹੀ ਨਹੀਂ, ਉਹ ਜਿੱਥੇ ਬੈਠਾ ਹੁੰਦਾ ਉਹਦੀ ਗੱਲ ਘੱਟ ਕਰਦਾ, ਉਹ ਜਾਂ ਤਾਂ ਪਿੱਛੇ ਬੀਤਾ ਭੂਤਕਾਲ ਉਹਦੇ ਬਾਰੇ ਸੋਚੀ ਜਾਊ ਯਾਦਾਂ ਨੂੰ, ਜਾਂ ਆਉਣ ਵਾਲੇ ਬਾਰੇ ਕਲਪਨਾ ਕਰੀ ਜਾਊ, ਉੱਥੋਂ ਕੱਢਣਾ, ਉਹ ਚੋਂ ਕੱਢਣਾ। ਕਿਉਂਕਿ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੀ, ਹਨਾ ਭਾਈ ਵੀਰ ਸਿੰਘ ਜੀ ਕਹਿੰਦੇ ਆ। ਬੜੀ ਕਮਾਲ ਦੀ ਗੱਲ। ਤੇ ਵਰਤਮਾਨ ਵਿੱਚ ਵਰਤਦਾ ਭਾਈ ਗੁਰਦਾਸ ਜੀ ਵੀ ਕਹਿੰਦੇ ਆ, ਮਨ ਨੂੰ ਵਰਤਮਾਨ ਵਿੱਚ ਲਿਆ ਕੇ ਉਹਨੂੰ ਸਵੈ ਸੁਝਾਓ, ਆਟੋ ਸੁਜੈਸ਼ਨ ਦੇਣੀ ਆ ਵੀ ਆਹ ਕੰਮ ਤੇਰੇ ਲਈ ਬਹੁਤ changa, ਆਪਾਂ ਰਲ ਕੇ ਕਰੀਏ, ਉਹਨੂੰ ਮਨਾਉਣਾ, ਪੋਜ਼ਿਟਿਵ ਲਿਆ ਕੇ ਵਰਤਮਾਨ ਵਿੱਚ ਲਿਆਉਣਾ। ਫਿਰ ਅਸੀਂ ਦੂਜਾ ਨੰਬਰ ਕੰਮ ਇਹ ਕਰਨਾ ਕਿ ਸਾਡੇ ਜਿਹੜਾ ਡੂੰਘਾ ਮਨ ਹੈ ਨਾ, ਅਵਚੇਤ ਮਨ, ਉਹਨੂੰ ਆਪਾਂ ਤਿਆਰ ਕਰਨਾ ਵੀ ਜੇ ਸੁਚੇਤ ਮਨ ਦੇ ਵਿੱਚ ਜਿਹੜੀ ਚੀਜ਼ ਵਰਤਮਾਨ ਵਿੱਚ ਅਸੀਂ ਲੈ ਕੇ ਆਉਣੀ ਆ, ਤੂੰ ਤਿਆਰ ਹੋ, ਇਹ ਸੁਜੈਸ਼ਨ ਤੂੰ ਐਕਸੈਪਟ ਕਰਨੀ ਆ, ਇਹ ਸੁਝਾਓ ਤੇਰੇ ਲਈ ਇਹ ਬਹੁਤ ਵਧੀਆ ਹੈ, ਕਿਉਂਕਿ ਮਨ ਰਾਜਾ, ਮਨ ਤੇ ਮਾਨਿਆ, ਮਨਸਾ ਮਨੇ ਸਮਾਈ। ਮਨ ਰਾਜਾ ਆ, ਇਹ ਮਨ ਆਪ ਹੀ ਮੰਨਦਾ ਹੈ, ਕੋਈ ਇਹਨੂੰ ਮਨਾ ਨਹੀਂ ਸਕਦਾ। ਸੋ ਇਹਦੀ ਤਿਆਰੀ ਆਪਾਂ ਕਰਨੀ ਆ। ਜੇ ਅਸੀਂ ਫਰਜ਼ ਕਰੋ ਅਵਚੇਤ ਮਨ ਨੂੰ ਕਹਿ ਦਈਏ ਕਿ ਸਵੇਰੇ ਮੈਨੂੰ 4 ਵਜੇ ਉਠਾ ਦੀ, ਤੇ ਉਠਾ ਦਿੰਦਾ, ਇਹਨੂੰ ਰਾਤ ਨੂੰ ਕਹਿ ਦਈਏ ਨਾ, ਇਹ ਉਠਾ ਦਿੰਦਾ। ਇਸ ਕਰਕੇ ਇਹਨੂੰ ਤਿਆਰ ਕਰਨ ਦੀ ਲੋੜ ਹੈ। ਸੁਚੇਤ ਮਨ ਦਾ ਗੁਲਾਮ ਆ, ਸੁਚੇਤ ਮਨ ਦੇ ਵਰਤਮਾਨ ਵਿੱਚ ਲਿਆ ਕੇ ਇਹਨੂੰ ਕਨਵਿੰਸ ਕਰਨਾ ਕਿ ਤੂੰ ਆਪਾਂ ਚੇਂਜ ਹੋਣਾ। ਜੀ ਹਾਂ। ਫਿਰ ਜਿਹੜੀ ਆਪਾਂ ਸਵੈ ਸੁਝਾਓ ਇਹਨੂੰ ਦੇ ਰਹੇ ਨਾ, ਜਿਹੜੀ ਆਟੋ ਸੁਜੈਸ਼ਨ ਅਸੀਂ ਦੇ ਰਹੇ ਹਾਂ, ਉਹਦੇ ਲਈ ਉਹਨੂੰ ਅਸਲੀਅਤ ਤੋਂ ਜਾਣੂ ਕਰਾਉਣਾ ਜੀ, ਤੇ ਉਹ ਸਵੈ ਸੁਝਾਅ ਨੂੰ ਅਸਲੀਅਤ ਬਣਾਉਣਾ ਜੀ। ਜੋ ਇਹ ਗੱਲਾਂ ਵਿੱਚ ਨਹੀਂ, ਉਹਨੂੰ ਐਕਚੁਅਲੀ ਕਰਨ ਵਿੱਚ ਲਿਆਉਣਾ ਜੀ। ਜਿਹੜਾ ਆਪਾਂ ਮਨ ਵਿੱਚ ਗੱਲ ਲਿਆਂਦੀ ਆ ਆਸਫ ਸੁਝਾਅ ਦੀ ਜਿਹੜੀ ਹੈ ਨਾ, ਕਹਿ ਲਓ ਉਹਦੀ ਲਿਸਟ ਬਣਾਓ ਵੀ ਇਹਦੇ ਆਹ ਫਾਇਦੇ ਹੋਣਗੇ, ਆਹ ਨੁਕਸਾਨ ਹੋਣਗੇ, ਮੈਂ ਇਹ ਕਰਨਾ ਆ, ਤੇ ਫਿਰ ਉਹਨੂੰ ਲਿਆ ਕੇ ਉਹਨੂੰ ਬਾਰ-ਬਾਰ ਦੁਹਰਾਉਣਾ ਆ, ਉਹਨੂੰ ਛੱਡਣਾ ਨਹੀਂ ਉੱਥੇ ਜੀ। ਹਾਂ, ਉਹਨੂੰ ਲਿਆ ਕੇ ਬਾਰ-ਬਾਰ ਉਹਨੂੰ ਦੁਹਰਾਉਣਾ ਆ, ਤੇ ਉਹਨੂੰ ਵਿੱਚ ਵਿਚਾਲੇ ਨਹੀਂ ਛੱਡਣਾ, ਤੇ ਉਹਦੇ ਜਿਹੜੇ ਚੰਗੇ ਨਤੀਜੇ ਆ ਉਹਨਾਂ ਦੀ ਕਲਪਨਾ ਕਰਨੀ ਮਨ ਦੇ ਵਿੱਚ ਵੀ ਤੈਨੂੰ ਆਹ ਫਾਇਦਾ ਹੋਊਗਾ। ਤੇ ਬਾਰ-ਬਾਰ ਇੱਕ ਮੈਂ ਅੱਗੇ ਗੱਲ ਕਰਾਂਗੇ ਵੀ ਇਹਨੂੰ ਕਿੰਨਾ ਟਾਈਮ ਲੱਗਦਾ, ਮਿਨੀਮਮ ਚਲੋ ਟੂਕ ਮਤ ਮੈਂ ਦੱਸਦਾ। ਇਹ ਤਜਰਬਿਆਂ ਤੋਂ ਪਤਾ ਲੱਗਾ ਕਿ ਕਮ ਸੇ ਕਮ ਬਾਰ-ਬਾਰ ਸਾਨੂੰ ਘੱਟ ਤੇ ਘੱਟ 21 ਦਿਨ ਤੋਂ 40 ਦਿਨ ਤੱਕ ਕਰਨਾ ਚਾਹੀਦਾ। ਤਦ ਉਹ 40 ਦਿਨਾਂ ਵਾਲੀ ਤਪੱਸਿਆ ਦੀ ਗੱਲ ਕੀਤੀ ਜਾਂਦੀ ਕਿ 40 ਦਿਨਾਂ 'ਚ ਮਨ ਆਪਣੀ ਆਦਤ ਕੋਈ ਚੇਂਜ ਹੁੰਦਾ, ਤਾਂ ਘੱਟੋ ਘੱਟ 40 ਦਿਨ ਦੇ ਲੱਗਦੇ ਆ। ਇੰਨਾ ਸਮਾਂ ਇਹਨੂੰ ਚਾਹੀਦਾ ਬਾਰ-ਬਾਰ ਕਰਕੇ, ਤੇ ਫਿਰ ਇਹਦੇ ਨਾਲ ਇਹਨੂੰ ਤੇਜ਼ ਕਰਨ ਦਾ ਜਾਂ ਇਹਨੂੰ ਪੱਕਾ ਕਰਨ ਦੇ ਤਰੀਕੇ ਜਿਹੜੇ ਸਾਧਨ ਆਪਾਂ ਡਿਸਕਸ ਕਰ ਰਹੇ ਹਾਂ, ਉਹਨਾਂ ਵਿੱਚ ਇੱਕ ਗੱਲ ਆਉਂਦੀ ਆ, ਜਿਹੜਾ ਇਸ ਚੀਜ਼ ਤੋਂ ਆਦਤ ਬਦਲਣ ਤੋਂ ਬਾਅਦ ਤੁਸੀਂ ਜਿਹੜਾ ਅਹਿਸਾਸ ਹੋਣਾ, ਤੁਹਾਨੂੰ ਇਹਦਾ ਜਿਹੜਾ ਰਿਜ਼ਲਟ ਨਿਕਲਣਾ, ਉਹ ਚੰਗਾ ਅਹਿਸਾਸ ਜਿਹੜਾ ਨਾ, ਉਹਦੇ ਲਾਭ, ਉਹਦੇ ਕਾਰਨ ਜਿਹੜੇ ਲਾਭਾਂ ਦੇ ਕਾਰਨ ਆ, ਉਹਨਾਂ ਨੂੰ ਆਪਾਂ ਮਹਿਸੂਸ ਕਰਨਾ ਜੀ। ਔਰ ਉਸ ਮਹਿਸੂਸ ਕਰਨ ਵਾਸਤੇ ਮਨ ਨੂੰ ਕਈ ਵਾਰ ਸਾਨੂੰ ਇਨਾਮ ਵੀ ਦੇਣੇ ਪੈਂਦੇ ਆ ਜੀ। ਇਸ ਨੂੰ ਪੱਕਾ ਕਰਨ ਵਾਸਤੇ ਅਵਾਰਡ ਦੇਣਾ ਪੈਂਦਾ, ਤਾਂ ਇਹ ਕਰਦਾ, ਇਹਦੇ ਵਿੱਚ ਛੱਡ ਜਾਂਦਾ। ਜਿੱਦਾਂ ਵੀ ਅਸੀਂ ਦੇਖੋ ਕਿਸੇ ਕੁੱਤੇ ਨੂੰ ਆਪਾਂ ਟ੍ਰੇਨ ਕਰਨਾ ਹੋਵੇ,
ਤੇ ਉਹਨੂੰ ਹਰ ਵਾਰ ਬਾਲ ਲਿਆਉਂਦਾ ਨਾ ਜਦੋਂ, ਉਹਨੂੰ ਫਿਰ ਇੱਕ ਬਿਸਕੁਟ ਦੇ ਬਿਸਕੁਟ ਦੇ ਦਿੰਦੇ ਆ, ਉਹਨੂੰ ਸਵਾਦ ਫਿਰ ਉਹ ਜਾ ਕੇ ਬਾਲ ਲੈ ਕੇ ਆਉਂਦਾ, ਫਿਰ ਠੀਕ ਮਤਲਬ ਆਦਤ ਉਹਦੀ ਬਣ ਜਾਂਦੀ, ਫਿਰ ਉਹ ਬਾਲ ਲੈ ਕੇ ਆਉਂਦਾ। ਹਾਂਜੀ ਹਾਂਜੀ ਇਹਦਾ ਮਤਲਬ ਅਸੀਂ ਇੱਕ ਤੇ ਮਨ ਨੂੰ ਅਹਿਸਾਸ ਦਿਵਾਉਣਾ ਵੀ ਇਹ ਚੰਗਾ ਆ, ਦੂਜਾ ਇਹ ਅਹਿਸਾਸ ਦੇ ਨਾਲ ਇਹਨੂੰ ਇਨਾਮ ਦੇਣਾ ਤਾਂ ਕਿ ਇਹਨੂੰ ਚੰਗਾ ਲੱਗੇ, ਇੱਕ ਅਹਿਸਾਸ ਹੋ ਜਾਵੇ ਵੀ ਇਹ ਚੰਗੀ ਗੱਲ ਹੈ। ਸਰਕਸ ਵਿੱਚ ਸ਼ੇਰ ਤੋਂ ਕੰਮ ਕਰਾਉਂਦੇ, ਜਦੋਂ ਉਹਨੇ ਕੋਈ ਕੰਮ ਕਰਕੇ ਆਉਣਾ ਉਹਨੂੰ ਆਉਂਦੇ ਨੂੰ ਫਿਰ ਮੂੰਹ 'ਚ ਪਾਉਂਦੇ ਮੀਟ ਪਾ ਦੇਣਾ ਕੋਈ ਨਾ ਕੋਈ, ਬਿਲਕੁਲ ਹਾਂਜੀ ਹਾਂਜੀ, ਉਹਦੇ ਮਨਪਸੰਦ, ਫਿਰ ਉਹਨੂੰ ਕਹਿਣਾ ਜਾ ਗੇੜਾ ਕੱਢ ਗਿਆ, ਫਿਰ ਉਹਨੂੰ ਪਾਉਣਾ। ਕਿਸੇ ਕਾਰਜ ਵਾਸਤੇ ਤੁਰੰਤ ਇਨਾਮ ਦੇਣਾ, ਆਦਤ ਪੈਣ ਦੇ ਲਾਭ ਦੇ ਕਾਰਨਾਂ ਦੇ ਬਾਰੇ ਸੋਚਣਾ ਜੀ ਵੀ ਇਹ ਕੀ ਮੈਨੂੰ ਚੰਗਾ ਕਰੂਗਾ, ਜੇ ਆਦਤ ਇਹ ਮੈਨੂੰ ਨਾ ਪਵੇ ਤੇ ਉਹਦੇ ਨੁਕਸਾਨਾਂ ਬਾਰੇ ਸੋਚਣਾ ਵੀ ਜੇ ਆ ਮੈਂ ਕੰਮ ਨਹੀਂ ਕਰੂੰਗਾ ਤੇ ਮੈਨੂੰ ਇਹਦਾ ਨੁਕਸਾਨ ਕੀ ਹੋਊਗਾ, ਜੇ ਫਰਜ਼ ਕਰ ਮੈਂ ਪਾਠ ਰੋਜ਼ ਨਹੀਂ ਕਰੂੰਗਾ ਤੇ ਮੈਨੂੰ ਪਾਠ ਯਾਦ ਨਹੀਂ ਹੋਣਾ। ਜੀ ਹਾਂ, ਸਿੱਧਾ ਹੀ ਸਾਫ਼ ਹੈ ਨਾ। ਚੰਗੇ ਭਵਿੱਖ ਦਾ ਇੱਕ ਅਹਿਸਾਸ ਕਰਨਾ ਵੀ ਜੇ ਮੈਂ ਇਹ ਕੰਮ ਕਰ ਲਿਆ, ਆਦਤ ਮੇਰੀ ਬਦਲ ਗਈ ਤੇ ਮੇਰਾ ਫਿਊਚਰ ਜਿਹੜਾ ਕਿਉਂ ਚੰਗਾ ਹੋਊਗਾ। ਫਾਰ ਐਗਜ਼ਾਮਪਲ ਜੇ ਮੈਨੂੰ ਪਾਠ ਕਰਨਾ ਆ ਜਾਵੇ, ਸੰਥਿਆ ਲੈ ਲਵਾਂਗੇ, ਸੰਥਿਆ ਲੈਣ ਵਾਲੇ ਗੁਰੂ ਗ੍ਰੰਥ ਸਾਹਿਬ ਤੋਂ ਪਾਠ ਕਰਨਾ ਸ਼ੁਰੂ ਕਰਦਾ, ਇਹਦਾ ਮਤਲਬ ਮੈਂ ਰੌਲ ਲਾ ਸਕਦਾ, ਮੈਂ ਸੰਗਤ ਵਿੱਚ ਪਾਠ ਕਰ ਸਕਦਾ, ਇਹ ਮੇਰਾ ਫਿਊਚਰ ਬਣ ਗਿਆ ਨਾ। ਇਸੇ ਤਰ੍ਹਾਂ ਹੀ ਤੁਸੀਂ ਹਰ ਚੀਜ਼ ਦਾ ਆਪਾਂ ਇਹ ਅਹਿਸਾਸ ਕਰਨਾ, ਤੇ ਅਹਿਸਾਸ ਦੇ ਨਾਲ ਜਿਹੜੀ ਰਲੀ ਮਿਲੀ ਜਿਹੜੀ ਹੈ ਨਾ, ਉਹਦੀ ਅਹਿਸਾਸ ਨੂੰ ਵਧਾਉਣਾ, ਕੋਈ ਹੋਰ ਨਾਲ ਫਾਇਦਾ ਲਾ ਕੇ ਵੇਖਣਾ ਵੀ ਮੈਨੂੰ ਹੋਰ ਐਡੀਸ਼ਨਲ ਇਹਦੇ ਫਾਇਦੇ ਕੀ ਹੋ ਸਕਦੇ ਨੇ, ਉਹਨਾਂ ਨੂੰ ਅਹਿਸਾਸ ਕਰਨਾ। ਤੇ ਇੱਕ ਹੋਰ ਚੀਜ਼ ਜ਼ਰੂਰੀ ਹੈ ਕਿ ਜੇ ਤੁਸੀਂ ਆਦਤ ਬਦਲਣੀ ਚਾਹੁੰਦੇ ਆ ਨਾ, ਆਦਤ ਨੂੰ ਬਦਲਣ ਤੇ ਜਿਹੜੇ ਨਤੀਜੇ ਸਾਨੂੰ ਮਿਥਣੇ ਪੈਣਗੇ, ਉਹਦਾ ਟਾਰਗੇਟ ਮਿਥਣਾ ਪਊਗਾ ਕਿ ਮੈਂ ਆਦਤ ਬਦਲਣੀ ਆ ਔਰ ਇਦਾਂ ਬਦਲਣੀ ਆ, ਔਰ ਮੇਰਾ ਐਂਡ ਪ੍ਰੋਡਕਟ ਹੈਗਾ, ਐਂਡ ਤੇ ਮੈਂ ਇੱਥੋਂ ਤੱਕ ਜਾਣਾ। ਸਾਨੂੰ ਜੇ ਅਸੀਂ ਕਹਿ ਲਈਏ ਵੀ ਗੁਰਬਾਣੀ ਆਪਾਂ ਕੰਠ ਕਰਨੀ ਆ, ਮੈਨੂੰ ਜਾਪ ਸਾਹਿਬ ਆਉਣਾ ਚਾਹੀਦਾ ਜ਼ਬਾਨੀ, ਇਹ ਮੇਰਾ ਟਾਰਗੇਟ ਆ, ਟਾਰਗੇਟ ਫਿਕਸ ਕਰਨਾ ਪਊਗਾ। ਇਸੇ ਤਰ੍ਹਾਂ ਹੀ ਹਰ ਆਦਤ ਦਾ ਟਾਰਗੇਟ ਸਾਨੂੰ ਫਿਕਸ ਕਰਨਾ ਪੈਣਾ ਪਊਗਾ। ਤੇ ਮਨ ਦੇ ਵਿੱਚ ਸਾਨੂੰ ਆਦਤ ਚੇਂਜ ਕਰਨ ਦਾ ਵਿਰੋਧ ਜਿਹੜਾ ਘਟਾਉਣਾ ਚਾਹੀਦਾ। ਮਨ ਵਿਰੋਧ ਕਰਦਾ ਜੀ, ਕਿਸੇ ਕੰਮ ਦੀ ਤੁਸੀਂ ਲੈ ਕੇ ਜਾਓ ਨਾ, ਉਹਨੇ ਅੜੀ ਕਰਨੀ ਆ, ਤੇ ਉਹ ਅੜੀ ਨੂੰ ਸਾਨੂੰ ਘਟਾਉਣਾ ਜ਼ਰੂਰੀ ਆ, ਮਨ ਨੂੰ ਸਮਝਾਉਣਾ ਪਊਗਾ। ਮਨ ਸਾਨੂੰ ਬੁੱਧੂ ਬਣਾਉਣ ਵਿੱਚ ਬਹੁਤ ਤੇਜ਼ ਹੈ, ਮਨ ਨੂੰ ਧਿਰ ਨਹੀਂ ਬਣਨ ਦੇਣਾ, ਧਿਰ ਨਹੀਂ ਬਣਾਉਣਾ, ਕਿਉਂਕਿ ਸਾਨੂੰ ਬੁੱਧੂ ਬਣਾਉਂਦਾ ਹੈ, ਹਮੇਸ਼ਾ ਬੁੱਧੂ ਬਣਾਉਂਦਾ, ਬਹੁਤ ਤੇਜ਼ ਹੈ ਬੁੱਧੂ ਬਣਾਉਣ 'ਚ। ਉਹ ਬੁੱਧੂ ਜਦੋਂ ਬਣਾਉਣ ਲੱਗੇ ਨਾ, ਉਹਨੂੰ ਕਹਿਣਾ ਤੂੰ ਬੰਦਾ ਬਣ ਜਾ ਭਾਈ, ਸਿੱਧਾ ਹੋ ਜੀ। ਇਸ ਕਰਕੇ ਇਹ ਵੀ ਇੱਕ ਜ਼ਰੂਰੀ ਆ। ਤੇ ਫਿਰ ਜਿਹੜੀ ਬਹੁਤ ਜ਼ਰੂਰੀ, ਜਿਹੜੀ ਆਪਾਂ ਕਈ ਵਾਰ ਗੱਲ ਕੀਤੀ ਆ, ਕਿ ਨਿਰੰਤਰ ਕੋਸ਼ਿਸ਼ ਕਰਦੇ ਰਹਿਣਾ ਜੀ। ਇਹਨੂੰ ਆਦਤ ਨੂੰ ਜਿੰਨਾ ਚਿਰ ਤੱਕ ਇਹ ਚੇਂਜ ਨਹੀਂ ਹੋ ਜਾਂਦੀ, ਉਹਨੂੰ ਛੱਡਣਾ ਨਹੀਂ ਵਿੱਚ, ਉਹਨੂੰ ਕੰਟੀਨਿਊਟੀ ਉਹਦੀ ਰੱਖਣੀ ਆ, ਉਹਨੂੰ ਟੁੱਟਣ ਨਹੀਂ ਦੇਣਾ। ਤੇ ਜਦੋਂ ਆਦਤ ਬਣ ਗਈ, ਬਣਨ ਦੇ ਬਾਅਦ ਇਹਨੂੰ ਬਰਕਰਾਰ ਰੱਖਣਾ ਜੀ। ਇਹਨੂੰ ਫਿਰ ਜਦ ਆਦਤ ਬਣ ਗਈ ਵੀ ਜਿਵੇਂ ਹੁਣ ਤਾਂ ਮੇਰੀ ਆਦਤ ਬਣ ਗਈ, ਛੱਡੋ ਜੀ, ਹੁਣ ਤਾਂ ਮੈਨੂੰ ਕੋਈ ਨਹੀਂ, ਪਾਠ ਯਾਦ ਆ ਗਿਆ, ਦੁਬਾਰਾ ਨਹੀਂ ਆਪਾਂ ਨੂੰ ਕਰਨ ਦੀ ਲੋੜ ਨਹੀਂ, ਉਹਨੂੰ ਬਾਰ-ਬਾਰ ਫਿਰ ਵੀ ਕਰਨਾ ਤਾਂ ਕਿ ਇਹ ਆਦਤ ਪੱਕੀ ਰਵੇ ਜੀ। ਤੇ ਇਹ ਕੁਛ ਆਪਾਂ ਜਿਹੜੇ ਸਾਧਨ ਲਏ ਨੇ, ਪਰ ਆਪਾਂ ਇਹ ਵੀ ਸੋਚਦੇ ਹਾਂ ਵੀ ਸਾਡਾ ਮਨ ਆਦਤ ਬਦਲਣ ਤੱਕ ਕਿਉਂ ਨਹੀਂ ਕਰਦਾ, ਇਹ ਵੀ ਇੱਕ ਹੈ ਨਾ। ਹਾਂ ਬਿਲਕੁਲ, ਇੱਕ ਅੱਧੇ ਮਿੰਟ ਆਪਾਂ ਬਦਲ ਕਿਉਂ ਨਹੀਂ ਬਦਲਣਾ ਚਾਹੁੰਦੇ ਆ, ਕਿਉਂਕਿ ਇਸ ਦਾ ਵੀ ਸਾਨੂੰ ਅਹਿਸਾਸ ਹੋਣਾ ਚਾਹੀਦਾ ਕਿ ਸਾਡੀ ਬਦਲਾਅ ਵਾਸਤੇ ਇੱਛਾ ਦੀ ਘਾਟ ਹੁੰਦੀ ਹੈ, ਇਸ ਕਰਕੇ ਨਹੀਂ ਬਦਲਾ, ਅਸੀਂ ਘੱਟ ਕਰਦੇ ਆ। ਬਦਲਾਅ ਲਈ ਸਾਨੂੰ ਜਿਹੜਾ ਡਿਸਿਪਲਿਨ ਚਾਹੀਦਾ ਉਹ ਅਸੀਂ ਪੂਰਾ ਨਹੀਂ ਕਰਦੇ, ਜਿਹੜੀ ਆ ਉਸ ਨੂੰ ਕਰਨ ਵਾਸਤੇ, ਤੇ ਵਿਸ਼ਵਾਸ ਦੀ ਘਾਟ ਹੁੰਦੀ ਆ ਜੀ, ਕਿਉਂਕਿ ਅਸੀਂ ਇੱਥੇ ਯਕੀਨ ਨਹੀਂ ਕਰਦੇ, ਯਕੀਨ ਦੀ ਕਮੀ ਹੁੰਦੀ ਆ। ਤੇ ਸਾਡੇ ਵਾਸਤੇ ਬਦਲਾਅ ਕਰਨ ਵਾਸਤੇ ਜਾਣਕਾਰੀ ਨਹੀਂ ਪੂਰੀ ਹੁੰਦੀ, ਇਹਨੂੰ ਕਿੱਦਾਂ ਬਦਲਣਾ, ਇਹਦੇ ਫਾਇਦੇ ਸਾਨੂੰ ਕੀ ਹੋਣਗੇ, ਉਹਦੀ ਜਾਣਕਾਰੀ ਘੱਟ ਹੁੰਦੀ ਆ। ਤੇ ਦੂਜੀ ਗੱਲ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਇਹਦਾ ਸਮਾਂ ਕਿੰਨਾ ਲੱਗਦਾ, ਕਿਉਂਕਿ ਸਮਾਂ ਹੋ ਚੱਲਿਆ। ਸਮੇਂ ਦੀ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ, ਘੱਟ ਤੋਂ ਘੱਟ 21 ਦਿਨ ਤੇ ਬੀਟਵੀਨ 40 ਦਿਨ, ਇਸੇ ਕਰਕੇ ਚਲੀਏ ਕੱਟਦੇ ਲੋਕੀ, ਜਾਂ ਕਹਿ ਲਓ ਜਦੋਂ ਕਿਸੇ ਨੂੰ ਸਜ਼ਾ ਦਿੱਤੀ ਜਾਂ ਤਨਖਾਹ ਲੱਗਦੀ ਆ, ਤੇ ਆਮ ਕਰਕੇ 21 ਦਿਨ ਦਾ ਉਹਨੂੰ ਕਿਹਾ ਜਾਂਦਾ, ਜਾਂ 40 ਦਿਨ ਲਈ ਉਹਨੂੰ ਅਭਿਆਸ ਲਈ ਕਿਹਾ ਜਾਂਦਾ, ਤੂੰ ਇੰਨੀ ਵਾਰ ਪਾਠ ਕਰਨਾ, ਸੇਵਾ ਕਰਨੀ ਆ, ਸੇਵਾ ਲਾਈ ਜਾਂਦੀ ਆ। ਉਹ ਇਸ ਕਰਕੇ ਤਾਂ ਕਿ ਤੁਹਾਡੇ ਮਨ ਦੇ ਉੱਤੇ ਉਸ ਦਾ ਅਸਰ ਹੋ ਜਾਏ, ਤੇ ਬਦਲਾਅ ਦਾ ਜਿਹੜਾ ਉਹ 21 ਤੋਂ 40 ਦਿਨ ਜਿਹੜਾ ਸਮਾਂ ਜਿਹੜਾ ਉਹ ਕਈ ਵਾਰ ਜ਼ਿਆਦਾ ਵੀ ਲੱਗ ਸਕਦਾ, ਪਰ ਕਈ ਵਾਰ ਇਹ ਹੁੰਦਾ ਵੀ ਕੰਟੀਨਿਊਟੀ ਜਦੋਂ ਆਪਾਂ ਕਰਦੇ ਆ ਨਾ, ਮੈਂ ਤਾਂ ਗੱਲ ਕੀਤੀ ਨਾ ਵੀ ਇਹਨੂੰ ਰੋਜ਼ਮਰਾ ਕਰੋ। ਕਈ ਵਾਰ ਹੁੰਦਾ ਵੀ ਰੋਜ਼ਮਰਾ ਅਸੀਂ ਨਹੀਂ ਕਰ ਸਕਦੇ, ਫਿਰ ਇਹਨੂੰ ਆਪਾਂ ਬ੍ਰੇਕ ਕਰ ਸਕਦੇ ਪੀਸਜ਼ ਵਿੱਚ ਵੀ ਜੀ। ਜਿੱਦਾਂ ਕੋਈ ਕੰਮ ਕਰਨਾ, ਜਿੱਦਾਂ ਐਕਸਰਸਾਈਜ਼ ਕਰਨੀ ਆ, ਹਫ਼ਤੇ ਵਿੱਚ 2 ਦਿਨ ਕਰ ਲਓ, 3 ਦਿਨ ਕਰ ਲਓ, ਫਿਰ ਹੌਲੀ ਹੌਲੀ ਉਹਨੂੰ ਵਧਾਈ ਜਾਓ। ਇਸੇ ਤਰ੍ਹਾਂ ਮਨ ਨੂੰ ਆਪਾਂ ਤਿਆਰ ਕਰਨਾ, ਇੱਦਾਂ ਇਹਨੂੰ ਕਈ ਟੋਟੇ ਵੀ ਕੀਤੇ ਜਾ ਸਕਦੇ ਆ, ਜਿੱਦਾਂ ਤੁਹਾਡਾ ਮਨ ਮੰਨਦਾ ਨਾ ਉਸ ਤਰੀਕੇ ਨਾਲ ਉਹਨੂੰ ਪੀਸਜ਼ ਵਿੱਚ ਬ੍ਰੇਕ ਕਰਕੇ। ਪਰ ਇਹਦਾ ਜ਼ਰੂਰੀ ਚੀਜ਼ ਹੈ ਕੰਟੀਨਿਊਟੀ, ਤੁਸੀਂ ਕੰਟੀਨਿਊ ਕਰਨਾ, ਪਰ ਬ੍ਰੇਕ ਪੀਸਜ਼ ਵਿੱਚ ਕਰਕੇ ਆਪਾਂ ਕਰ ਸਕਦੇ ਆ, ਪਰ ਲਗਾਤਾਰ ਉਸ ਨੂੰ ਕਰਨਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਫਿਰ ਆਦਤ ਚੇਂਜ ਕੀਤੀ ਜਾ ਸਕਦੀ ਹੈ। ਹਾਂਜੀ, ਸਮਾਂ ਵੀ ਹੋ ਗਿਆ ਤੇ ਮੈਂ ਗੱਲ ਨੇੜੇ ਪਹੁੰਚ ਗਈ ਆ।
ਗੁਰਬਾਣੀ ਨੇ ਇੱਕ ਗੱਲ ਬੜੇ ਪਿਆਰ ਨਾਲ ਆਖੀ ਆ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਤੇ ਡਾਕਟਰ ਸਾਹਿਬ ਨੇ ਵੀ ਸਾਰੀ ਗੱਲ ਦੀ ਜਿਹੜੀ ਉਹਦਾ ਸਾਰੰਸ਼ ਇਹੀ ਕੱਢਿਆ ਆ ਕਿ ਜੇ ਤੁਸੀਂ ਰੋਜ਼ ਆਪਣੀਆਂ ਆਦਤਾਂ ਨੂੰ ਦੇਖਦੇ ਰਹੋਗੇ ਔਰ ਉਹਦੇ ਵਿੱਚੋਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ, ਤੇ ਨਾਲ ਨਾਲ ਮਾੜੀਆਂ ਆਦਤਾਂ ਨੂੰ ਛੱਡੀ ਜਾਓਗੇ, ਚੰਗੀਆਂ ਗ੍ਰਹਿਣ ਕਰਦੇ ਜਾਓਗੇ, ਤੇ ਫਿਰ ਪਰੇਸ਼ਾਨੀਆਂ ਵਿੱਚ ਵੀ ਨਹੀਂ ਪਾਓਗੇ। ਇੱਕ ਵਾਰ ਖਿਮਾ ਜਾਚਨਾ ਜੀ। ਡਾਕਟਰ ਸਾਹਿਬ ਆਪ ਦਾ ਬਹੁਤ ਧੰਨਵਾਦ ਆਪ ਸਭ ਦਾ ਜਿਹੜੇ ਜੁੜੇ ਰਹੋ। ਆਪਾਂ ਜੁੜ ਮਿਲ ਕੇ ਗੁਰਮਤਿ ਦੀ ਗੱਲ ਕਰਨੀ ਹੈ, ਗੁਰਬਾਣੀ ਦੀ ਗੱਲ ਕਰਨੀ ਹੈ, ਸਿੱਖ ਫਲਸਫੇ ਦੀ ਗੱਲ ਕਰਨੀ ਹੈ, ਤੇ ਉਸ ਫਲਸਫੇ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਜੀਵਨ ਜੁਗਤ ਇਹੋ ਜਿਹੀ ਅਪਣਾਉਣੀ ਹੈ ਕਿ ਸਾਡਾ ਪਾਰ ਉਤਾਰਾ ਹੋ ਸਕੇ। ਆਓ ਜੀ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।